ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੀ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਖਬਰਾਂ ਦੇ ਆਰ-ਪਾਰ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਖਬਰਾਂ ਦੇ ਉੱਪਰ ਚਰਚਾ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਸਤਨਾਮ ਸਿੰਘ ਮਾਣਕ ਜੀ। ਸਭ ਤੋਂ ਪਹਿਲਾਂ ਕਰਾਂਗੇ ਸਵਾਗਤ ਤੇ ਫਿਰ ਕਰਾਂਗੇ ਖਬਰਾਂ ਦੇ ਉੱਪਰ ਚਰਚਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਸ਼ੁਰੂਆਤ ਪਹਿਲੀ ਖਬਰ ਤੋਂ ਕਰਦੇ ਹਾਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਅੱਜ ਅੰਤਿਮ ਸੰਸਕਾਰ ਹੈ। ਕੌਮੀ ਪੱਧਰ ਤੇ 2 ਦਿਨਾਂ ਦਾ ਸੋਗ ਵੀ ਮਨਾਇਆ ਜਾ ਰਿਹਾ ਹੈ। ਝੰਡਾ ਵੀ ਚੁੱਕਿਆ ਹੋਇਆ ਹੈ। ਮਾਣਕ ਜੀ, ਇੱਥੇ ਮੈਂ ਇਹ ਸਵਾਲ ਪੁੱਛਣਾ ਚਾਹਾਂਗੀ ਕਿ 2022 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਲੰਬੀ ਤੋਂ ਚੋਣ ਵੀ ਹਾਰੇ ਸੀ, ਪਰ ਫਿਰ ਵੀ ਉਹਨਾਂ ਦੇ ਜਾਣ ਤੋਂ ਪਿੱਛੋਂ ਇੰਨੀ ਵੱਡੀ ਪੱਧਰ ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਇੰਨਾ ਹੁੰਗਾਰਾ ਮਿਲਣਾ, ਲੋਕਾਂ ਵਿੱਚ ਇੰਨਾ ਸੋਗ ਮਨਾਇਆ ਜਾਣਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤਰਨਜੀਤ ਜੀ, ਇਹਦਾ ਕਾਰਨ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਬਹੁਤ ਲੰਮੇ ਸਮੇਂ ਤੱਕ ਪੰਜਾਬ ਦੀ ਰਾਜਨੀਤੀ ਤੇ ਛਾਏ ਰਹੇ ਆ। ਦੇਸ਼ ਦੀ ਰਾਜਨੀਤੀ 'ਚ ਵੀ ਉਹਨਾਂ ਦਾ ਵੱਡਾ ਸਥਾਨ ਰਿਹਾ। ਐਮਰਜੈਂਸੀ ਦੇ ਖਿਲਾਫ ਮੋਰਚੇ ਦੀ ਉਹਨਾਂ ਨੇ ਅਗਵਾਈ ਕੀਤੀ ਸੀ। ਬਾਕੀ ਕੇਂਦਰ ਦੇ ਵਿੱਚ ਮਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਵੀ ਰਹੇ ਸੀਗੇ ਤੇ ਉਂਝ ਵੀ ਜਿਹੜਾ ਉਹਨਾਂ ਦਾ ਬੜਾ ਕੱਦ ਸੀਗਾ ਕੌਮੀ ਰਾਜਨੀਤੀ 'ਚ ਵੀ ਤੇ ਪੰਜਾਬ ਦੀ ਰਾਜਨੀਤੀ 'ਚ ਤਾਂ ਇੱਕ ਤਰ੍ਹਾਂ ਨਾਲ ਉਹ ਜਿਹੜੇ ਕਈ ਦਹਾਕਿਆਂ ਤੋਂ ਜਿਹੜੇ ਆ ਉਹ ਛਾਏ ਰਹੇ ਆ ਤੇ ਇਸ ਕਰਕੇ ਲੰਮਾ ਸਮਾਂ ਰਾਜਨੀਤੀ 'ਚ ਰਹਿਣ ਕਰਕੇ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਜਿਹੜਾ ਪੰਜਾਬ 'ਚ ਬਣ ਚੁੱਕਾ ਸੀਗਾ। ਦੂਜੀ ਤਰਨਜੀਤ ਜੀ ਗੱਲ ਇਹ ਵੀ ਆ ਕਿ ਇੱਕ ਹੁੰਦੇ ਸਿਆਸਤਦਾਨ ਜਿਹੜੇ ਆ ਕਿ ਚੋਣਾਂ ਜਿੱਤ ਲਈਆਂ, ਕਿਸੇ ਅਹੁਦੇ ਤੇ ਪਹੁੰਚ ਗਏ ਤੇ ਉੱਥੇ ਕੰਮ ਕੀਤਾ ਤੇ ਜਿਹੜਾ ਆਪਣੇ ਰੁਖਸਤ ਹੋ ਗਏ, ਉਹ ਲੋਕਾਂ ਨਾਲ ਬਹੁਤੇ ਘੁਲਦੇ ਮਿਲਦੇ ਨਹੀਂ ਬਹੁਤੇ ਸਿਆਸਤਦਾਨ। ਪਰ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਦੇ ਸਿਆਸਤਦਾਨ ਆ ਕਿ ਉਹ ਸੱਤਾ 'ਚ ਹੋਣ ਚਾਹੇ ਸੱਤਾ ਤੋਂ ਬਾਹਰ ਹੋਣ, ਉਹਨਾਂ ਦਾ ਮੁੱਖ ਜਿਹੜਾ ਦਿਲਚਸਪੀ ਜਾਂ ਉਹਨਾਂ ਦੀ ਮੁੱਖ ਸ਼ੌਕ ਉਹਨਾਂ ਦਾ ਜਿਹੜਾ ਸੀਗਾ ਉਹ ਸੀਗਾ ਵੱਧ ਤੋਂ ਵੱਧ ਸਮਾਂ ਲੋਕਾਂ 'ਚ ਰਹਿਣਾ ਤੇ ਲੋਕਾਂ ਦੀ ਗੱਲ ਸੁਣਨੀ, ਲੋਕਾਂ ਨਾਲ ਆਪਣੀ ਗੱਲ ਕਰਨੀ। ਇਸੇ ਕਰਕੇ ਉਹ ਜਿਹੜੀ ਸਾਰੇ ਵਰਗਾਂ ਦੇ ਲੋਕਾਂ ਨੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਬਹੁਤ ਜ਼ਿਆਦਾ ਅਫਸੋਸ ਮਨਾਇਆ। ਫਿਰ ਇੱਕ ਦੂਜੀ ਤਰਨਜੀਤ ਜੀ ਗੱਲ ਸੀਗੀ ਬੜੀ, ਅਸੀਂ ਪਿਛਲੇ ਦਿਨਾਂ ਤੋਂ ਵੀ ਚਰਚਾ ਕਰਦੇ ਆ ਰਹੇ ਹਾਂ ਕਿ ਉਹਨਾਂ ਨੇ ਕਿਸੇ ਨੂੰ ਚੁਭਵੀਂ ਗੱਲ ਵੀ ਕਰਨੀ ਹੁੰਦੀ ਸੀ ਤਾਂ ਉਹ ਵੀ ਪਿਆਰ ਨਾਲ ਤੇ ਵਿਅੰਗ ਨਾਲ ਕਰਦੇ ਸੀਗੇ। ਬੜੇ ਉਸ ਕਿਸੇ ਦੇ ਵੀ ਖਿਲਾਫ ਜਾਂ ਵਿਰੋਧੀ ਪਾਰਟੀਆਂ ਭਾਵੇਂ ਉਹਨਾਂ ਦੇ ਬਾਰੇ ਜੋ ਮਰਜ਼ੀ ਬੋਲਣ, ਪਰ ਉਹ ਇੱਦਾਂ ਦਾ ਤਿੱਖਾ ਜਿਹੜਾ ਪ੍ਰਤੀਕਰਮ ਕਦੇ ਦਿੰਦੇ ਨਹੀਂ ਸੀਗੇ। ਉਹਨਾਂ ਦਾ ਆਮ ਤੌਰ ਤੇ ਉਹਨਾਂ ਦੀ ਇਹ ਗੱਲ ਬਹੁਤੇ ਲੋਕ ਦੁਹਰਾਉਂਦੇ ਆ ਕਿ ਉਹ ਆਪਣੇ ਜਿਹੜੇ ਸਮਰਥਕ ਜਾਂ ਅਕਾਲੀ ਦਲ ਦੇ ਕੇਡਰ ਜਾਂ ਅਕਾਲੀ ਦਲ ਦੇ ਦੂਜੇ ਲੀਡਰ ਵੀ ਸੀਗੇ, ਉਹਨਾਂ ਨੂੰ ਵੀ ਉਹ ਕਹਿੰਦੇ ਹੁੰਦੇ ਸੀਗੇ ਕਿ ਸੋਚ ਸਮਝ ਕੇ ਦਲੀਲ ਨਾਲ ਇਹ ਗੱਲ ਕਰਨੀ ਚਾਹੀਦੀ ਹੈ। ਜਿਹੜੇ ਤੁਹਾਡੇ ਦੂਜੇ ਸਿਆਸੀ ਵਿਰੋਧੀ ਆ ਉਹ ਤੁਹਾਡੇ ਦੁਸ਼ਮਣ ਨਹੀਂ ਹੈਗੇ, ਬਲਕਿ ਰਾਜਨੀਤੀ 'ਚ ਤੁਹਾਡੇ ਵਿਰੋਧੀ ਆ। ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਮੀਨ ਨਹੀਂ ਵੰਡਣੀ, ਤੁਹਾਡਾ ਕੋਈ ਘਰ ਦਾ ਬਟਵਾਰਾ ਨਹੀਂ ਉਹਨਾਂ ਨੇ ਕਰਨਾ ਤੇ ਉਹ ਤੁਹਾਡੇ ਸ਼ਰੀਕ ਨਹੀਂ ਹੈਗੇ, ਤੁਹਾਡੇ ਸਿਆਸੀ ਵਿਰੋਧੀ ਆ। ਤੇ ਜਮਹੂਰੀਅਤ ਵਿੱਚ ਜਿਹੜੇ ਸਿਆਸੀ ਵਿਰੋਧੀ ਆ ਉਹਨਾਂ ਨਾਲ ਵੀ ਤੁਹਾਨੂੰ ਸੰਬੰਧ ਰੱਖਣੇ ਪੈਂਦੇ ਆ। ਤੋ ਇਸ ਸਿਧਾਂਤ ਦੇ ਮੁਤਾਬਕ ਉਹਨਾਂ ਨੇ ਸਾਰਾ ਆਪਣਾ ਸਿਆਸੀ ਜੀਵਨ ਜੀਵਿਆ। ਇਸ ਕਰਕੇ ਜਿਹੜੇ ਉਹਨਾਂ ਦੇ ਵਿਚਾਰਧਾਰਕ ਤੌਰ ਤੇ ਉਹਨਾਂ ਦੇ ਕੰਮਾਂ-ਕਾਰਾਂ ਦੇ ਵੀ ਜਿਹੜੇ ਕੱਟੜ ਵਿਰੋਧੀ ਰਹੇ ਆ ਉਹ ਵੀ ਉਹਨਾਂ ਨੂੰ ਅੱਜ ਸਨਮਾਨ ਨਾਲ ਦੇਖ ਰਹੇ ਆ। ਔਰ ਚਾਹੇ ਉਹ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਦੋਂ ਉਹਨਾਂ ਦੀ ਚੰਡੀਗੜ੍ਹ ਦਫ਼ਤਰ 'ਚ ਅਕਾਲੀ ਦਲ ਦੇ ਦਫ਼ਤਰ 'ਚ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਰੱਖਿਆ ਗਿਆ ਸੀਗਾ ਤੇ ਵੱਡੀ ਗਿਣਤੀ 'ਚ ਲੋਕ ਉੱਥੇ ਆਪਣੀ ਸ਼ਰਧਾਂਜਲੀ ਦੇਣ ਆਏ। ਇਹ ਵੱਡੀ ਗੱਲ ਇਹ ਵੀ ਆ ਕਿ ਭਾਵੇਂ ਥੋੜ੍ਹੇ ਸਮੇਂ ਲਈ ਆਏ, ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਉਹ ਵੀ ਉੱਥੇ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਤੇ ਉਹਦਾ ਕਾਰਨ ਹੀ ਆਮ ਲੋਕ ਦੇਖ ਲਓ ਜਦੋਂ ਉਹਨਾਂ ਦੀ ਚੰਡੀਗੜ੍ਹ ਤੋਂ ਉਹਨਾਂ ਦੇ ਪਿੰਡ ਬਾਦਲ ਲਈ ਉਹਨਾਂ ਦੀ ਮ੍ਰਿਤਕ ਸਰੀਰ ਨੂੰ ਲੈ ਕੇ ਐਂਬੂਲੈਂਸ 'ਚ ਗਏ ਆ ਤੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸ਼ਹਿਰਾਂ 'ਚ ਪਿੰਡਾਂ 'ਚ ਲੋਕਾਂ ਨੇ ਉਹ ਰੋਕ ਕੇ ਜਿਹੜੀ ਆ ਉੱਥੇ ਉਹਨਾਂ ਦੀ ਐਂਬੂਲੈਂਸ ਦੇ ਉੱਪਰ ਫੁੱਲ ਸੁੱਟੇ ਆ ਤੇ ਉਹਦੇ 'ਚ ਇਸੇ ਕਰਕੇ ਜਿਹੜਾ ਸਫ਼ਰ 3.5 ਘੰਟੇ ਦਾ ਸਫ਼ਰ ਸੀਗਾ ਇਹ 8.5 ਘੰਟੇ 'ਚ ਮੁਕੰਮਲ ਹੋਇਆ ਜਿਹੜਾ ਚੰਡੀਗੜ੍ਹ ਤੋਂ ਬਾਦਲ ਪਿੰਡ ਦਾ। ਇੰਨਾ ਪਿਆਰ ਸਤਿਕਾਰ ਜਿਹੜਾ ਕਿਸੇ ਲੀਡਰ ਦੇ ਹਿੱਸੇ ਆਉਂਦਾ ਔਰ ਇਸੇ ਕਰਕੇ ਜਿਹੜਾ ਉਹਨਾਂ ਦਾ ਜਿਹੜੀ ਮਿੱਠੀ ਬੋਲ ਬਾਣੀ ਸੀ ਇੱਕ ਪੰਜਾਬ ਦੇ ਵਿਕਾਸ ਲਈ ਉਹਨਾਂ ਨੇ ਬਹੁਤ ਕੰਮ ਕੀਤੇ ਆ ਤੇ ਇਸੇ ਕਰਕੇ ਲੋਕਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਭਾਵੇਂ ਤੁਸੀਂ ਜ਼ਿਕਰ ਵੀ ਕੀਤਾ 2022 ਦੀਆਂ ਚੋਣਾਂ 'ਚ ਲੰਬੀ ਤੋਂ ਚੋਣ ਵੀ ਹਾਰ ਗਏ ਸੀ, ਇਹਦੇ ਬਾਵਜੂਦ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਵੀ ਪਾਈਆਂ ਹੋਣਗੀਆਂ ਉਹ ਵੀ ਉਹਨਾਂ ਦੇ ਸ਼ੋਕ 'ਚ ਅੱਜ ਸ਼ਾਮਲ ਹੋਏ ਨੇ। ਬਿਲਕੁਲ ਜੀ। ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਬਹੁਤ ਸਾਰੇ ਨਾਮਵਰ ਸਿਆਸਤਦਾਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਔਰ ਬਿਹਾਰ ਸਰਕਾਰ ਵੱਲੋਂ 2 ਦਿਨਾਂ ਰਾਜਸੀ ਸ਼ੋਕ ਦਾ ਵੀ ਐਲਾਨ ਕੀਤਾ ਗਿਆ। ਸਰ, ਕਿਆਸ ਰਹੀਆਂ ਲੱਗ ਰਹੀਆਂ ਨੇ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ
ਫਿਰ ਸੰਭਾਵਨਾ ਹੋਣ ਦੀ ਜਿਹੜੀ ਹੈ ਜਤਾਈ ਜਾ ਰਹੀ ਹੈ ਉਮੀਦ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਉਹਦੇ ਤਰਨਜੀਤ ਜੀ ਉਂਝ ਤਾਂ ਰਾਜਨੀਤੀ 'ਚ ਕੁਝ ਵੀ ਅਸੰਭਵ ਨਹੀਂ ਹੁੰਦਾ। ਜਿਹੜੀ ਚੀਜ਼ ਸਿਆਸੀ ਪਾਰਟੀਆਂ ਨੂੰ ਸੂਤ ਬੈਠਦੀ ਹੈ, ਠੀਕ ਬੈਠਦੀ ਹੈ, ਸਿਆਸੀ ਪਾਰਟੀਆਂ ਉਹ ਕਰਦੀਆਂ। ਪਰ ਪ੍ਰਧਾਨ ਮੰਤਰੀ ਦਾ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਆ ਕੇ ਸ਼ਰਧਾਂਜਲੀ ਭੇਟ ਕਰਨਾ, ਇਹਦੇ ਨਾਲ ਸਿਆਸੀ ਚਰਚੇ ਭਾਵੇਂ ਜ਼ਰੂਰ ਸ਼ੁਰੂ ਹੋ ਗਏ ਕਿ ਅਕਾਲੀ ਭਾਜਪਾ ਗੱਠਜੋੜ ਦੁਬਾਰਾ ਹੋ ਸਕਦਾ, ਪਰ ਇੱਕ ਪੱਤਰਕਾਰ ਦੇ ਤੌਰ ਤੇ ਮੈਨੂੰ ਹਜੇ ਨਜ਼ਰ ਨਹੀਂ ਆਉਂਦਾ ਕਿ ਇਸ ਤਰ੍ਹਾਂ ਦੀ ਗੱਲ ਹੋਏਗੀ। ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਹੱਕ 'ਚ ਲੋਕਾਂ ਵੱਲੋਂ ਸੋਗ ਪ੍ਰਗਟ ਕਰਨਾ, ਉਹਨਾਂ ਦੇ ਪੱਖ 'ਚ ਉਹਨਾਂ ਦੀ ਪ੍ਰਸ਼ੰਸਾ 'ਚ ਆਪਣੇ ਪ੍ਰਤੀਕਰਮ ਦੇਣਾ ਹੋਰ ਗੱਲ ਹੈ। ਇੱਕ ਸਾਡਾ ਸ਼ਿਸ਼ਟਾਚਾਰ ਹੈ, ਪੰਜਾਬੀਆਂ ਦਾ, ਬਈ ਭਾਰਤੀਆਂ ਦਾ ਸ਼ਿਸ਼ਟਾਚਾਰ ਹੈ, ਤੇ ਇਹ ਗੱਲ ਹੋ ਰਹੀ ਹੈ। ਇਹਦੇ 'ਚ ਜਿਹੜੀਆਂ ਰਾਜਨੀਤੀ ਅੱਗੇ ਤੁਰਦੀ ਆ, ਉਹ ਜਿਹੜੀਆਂ ਤੁਸੀਂ ਕਹਿ ਸਕਦੇ ਆ ਕਠਨ ਹਕੀਕਤਾਂ, ਜਿਹੜੀਆਂ ਸਖਤ ਹਕੀਕਤਾਂ ਹੁੰਦੀਆਂ, ਉਹਨਾਂ ਦੇ ਉੱਪਰ ਚੱਲਦੀ ਹੈ। ਜੇ ਤਾਂ ਭਾਜਪਾ ਨੂੰ ਲੱਗਿਆ ਕਿ ਅਕਾਲੀ ਦਲ ਨਾਲ ਗੱਠਜੋੜ ਕੀਤਿਆਂ 2024 ਦੀਆਂ ਚੋਣਾਂ 'ਚ ਕੋਈ ਫਾਇਦਾ ਹੋ ਸਕਦਾ, ਫਿਰ ਤਾਂ ਭਾਜਪਾ ਕਰੇਗੀ, ਨਹੀਂ ਤਾਂ ਨਹੀਂ ਕਰੇਗੀ। ਇਹਦੇ ਰਾਜ ਤਰਨਜੀਤ ਜੀ ਇੱਕ ਹੋਰ ਵੱਡੀ ਰੁਕਾਵਟ ਇਹ ਆ ਕਿ ਭਾਜਪਾ ਨੇ, ਪੰਜਾਬ ਭਾਜਪਾ ਨੇ ਬਹੁਤ ਸਾਰੇ ਦੂਜੀਆਂ ਪਾਰਟੀਆਂ ਦੇ ਲੀਡਰ, ਖਾਸ ਕਰਕੇ ਕਾਂਗਰਸ ਦੇ ਲੀਡਰ ਜਿਹੜੇ ਆ, ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰ ਲਿਆ। ਉਹ ਜਿਹੜੇ ਲੀਡਰ ਨਵੇਂ ਗਏ ਆ, ਪੰਜਾਬ ਦੀਆਂ 13 ਸੀਟਾਂ ਆ, ਉਹ ਚਾਹਣਗੇ ਕਿ ਸਾਨੂੰ ਵੀ ਸੀਟ ਮਿਲੇ, ਅਸੀਂ ਵੀ ਚੋਣਾਂ ਲੜੀਏ। ਤੇ ਜੇ ਇਹ ਤਾਂ 13 ਸੀਟਾਂ ਤਾਂ ਜਿਹੜੀਆਂ ਲੋਕ ਸਭਾ ਦੀਆਂ, ਅੱਗੇ 2027 ਦੀਆਂ ਜੇ ਵਿਧਾਨ ਸਭਾ ਚੋਣਾਂ ਹੋਣੀਆਂ ਤੇ ਉਹਦੇ ਵਿੱਚ ਵੀ ਉਹ ਚਾਹਣਗੇ ਕਿ ਸਾਡੇ ਜਿਹੜੇ ਭਾਜਪਾ ਚਾਹੇਗੀ ਕਿ ਅਸੀਂ ਵੱਧ ਤੋਂ ਵੱਧ ਸੀਟਾਂ ਤੇ ਲੜੀਏ, 117 ਸੀਟਾਂ ਤੇ ਲੜੀਏ। ਉਹਨਾਂ ਕੋਲ ਹੁਣ ਉਮੀਦਵਾਰ ਵੀ ਬੜੇ ਹੋਣਗੇ, ਦੂਜੀਆਂ ਪਾਰਟੀਆਂ 'ਚੋਂ ਵੀ ਚਲੇ ਗਏ। ਇਹ ਸਾਰੀਆਂ ਹਕੀਕਤਾਂ ਨੂੰ ਦੇਖ ਕੇ ਹੀ ਕੋਈ ਗੱਲ ਤੈਅ ਹੋਏਗੀ। ਇਹਦੇ 'ਚ ਤਰਨਜੀਤ ਜੀ ਇੱਕ ਹੋਰ ਵੀ ਵੱਡੀ ਗੱਲ ਇਹ ਆ ਕਿ ਜਿਹੜੀ ਜਲੰਧਰ ਤੋਂ ਲੋਕ ਸਭਾ ਦੀ ਉਪ ਚੋਣ ਹੋ ਰਹੀ ਆ, ਇਹਦੇ 'ਚ ਅਕਾਲੀ ਦਲ ਕਿੰਨੀਆਂ ਵੋਟਾਂ ਲੈਂਦਾ, ਉਹਦਾ ਸਟੇਟਸ ਕੀ ਰਹਿੰਦਾ, ਕਿੰਨੇ ਕੁ ਲੋਕ ਉਹਦੇ ਨਾਲ ਹੈਗੇ ਆ, ਇਸ ਗੱਲ ਦਾ ਵੀ ਅਕਾਲੀ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਤੇ ਅਸਰ ਪਏਗਾ। ਇਹ ਸਾਰੇ ਤੱਥ ਜਿਹੜੇ ਆ ਉਹੀ ਫੈਸਲਾ ਕਰਨਗੇ ਕਿ ਅਕਾਲੀ ਭਾਜਪਾ ਗੱਠਜੋੜ ਹੁੰਦਾ ਜਾਂ ਨਹੀਂ ਹੁੰਦਾ। ਪਰ ਫਿਲਹਾਲ ਮੈਨੂੰ ਜਿਹੜਾ ਸਿਆਸੀ ਚਰਚੇ ਛਿੜਨ ਦੇ ਬਾਵਜੂਦ ਮੈਨੂੰ ਨਹੀਂ ਲੱਗਦਾ ਕਿ ਨੇੜੇ ਭਵਿੱਖ 'ਚ ਹਜੇ ਕੋਈ ਅਕਾਲੀ ਭਾਜਪਾ ਗੱਠਜੋੜ ਹੋਣ ਵਾਲਾ ਹੈ। ਬਿਲਕੁਲ ਜੀ ਸਰ, ਵਧੀਆ ਅਗਲੇ ਸਵਾਲ ਵੱਲ ਕਿ ਪ੍ਰਕਾਸ਼ ਸਿੰਘ ਬਾਦਲ ਦਾ ਬਾਦਲ ਪਿੰਡ ਉੱਤੇ ਸਿਆਸੀ ਦਬਦਬਾ, ਜਾਂ ਕਹਿ ਲਓ ਕਿ ਸਿਆਸਤ ਦਬਦਬਾ ਬਹੁਤ ਰਿਹਾ। ਬਾਦਲ ਪਿੰਡ ਪੰਜਾਬ ਦੀ ਦੂਜੀ ਰਾਜਧਾਨੀ ਬਣਿਆ ਰਿਹਾ, ਰਾਜਨੀਤਿਕ ਸੱਤਾ ਦਾ ਕੇਂਦਰ ਬਣਿਆ ਰਿਹਾ। ਉਹਨਾਂ ਦੇ ਜਾਣ ਤੋਂ ਬਾਅਦ ਸਿਆਸੀ ਦਬਦਬਾ ਬਾਦਲ ਪਿੰਡ ਤੇ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ? ਤਰਨਜੀਤ ਜੀ, ਗੱਲ ਇਹ ਹੈ ਕਿ ਸਤਾ ਜਿਹੜੀ ਹੈ ਨਾ, ਤਾਕਤ ਹੈ ਜੀ, ਇਹਦੇ ਨਾਲ ਰੌਣਕਾਂ ਲੱਗਦੀਆਂ ਬਿਲਕੁਲ, ਤੇ ਤਾਕਤ ਚਲੇ ਜਾਂਦੀ ਹੈ ਤੇ ਸੁੰਨ ਛਾ ਜਾਂਦੀ ਹੈ, ਸੁਨਸਾਨ ਹੋ ਜਾਂਦੇ ਘਰ, ਸੁਨਸਾਨ ਹੋ ਜਾਂਦੇ ਆ, ਕੋਠੀਆਂ ਸੁਨਸਾਨ ਹੋ ਜਾਂਦੀਆਂ। ਵਿਅਕਤੀ ਦੀ ਸ਼ਖਸੀਅਤ ਤੇ ਸਤਾ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਿਨਾਂ ਸ਼ੱਕ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਬਾਦਲ ਪਿੰਡ ਆ, ਉਹ ਪੰਜਾਬ ਦੀ ਦੂਜੀ ਜਿਹੜੀ ਰਾਜਧਾਨੀ ਬਣਿਆ ਰਿਹਾ। ਉਹ ਉੱਥੇ ਵਿਕਾਸ ਦੇ, ਕਿਉਂਕਿ ਬਾਦਲ ਸਾਹਿਬ ਦੀ ਲਗਾਤਾਰ 5 ਵਾਰ ਮੁੱਖ ਮੰਤਰੀ ਰਹੇ, ਸਿਆਸਤ 'ਚ ਬੜੀ ਚੜ੍ਹਤ ਰਹੀ, ਤੇ ਜਦੋਂ ਵਿਰੋਧੀ ਪਾਰਟੀਆਂ 'ਚ, ਵਿਰੋਧੀ ਧਿਰ 'ਚ ਵੀ ਹੁੰਦੇ ਤਾਂ ਵੀ ਉਹਨਾਂ ਦਾ ਬੋਲਬਾਲਾ ਸੀ। ਉੱਥੇ ਜਿਹੜੇ ਵਿਕਾਸ ਦੇ ਬਹੁਤ ਕਾਰਜ ਹੋਏ ਆ, ਜਿਹੜੇ ਉੱਥੇ ਗਲੀਆਂ ਨਾਲੀਆਂ, ਤਾਂ ਇੱਕ ਸਧਾਰਨ ਜਿਹੀ ਗੱਲ ਹੈ, ਜਿਹੜੇ ਬਾਦਲ ਸਾਹਿਬ ਨੇ ਖੁਦ ਉੱਥੇ ਸਕੂਲ, ਲੜਕੀਆਂ ਲਈ ਸਕੂਲ ਖੋਲ੍ਹਿਆ, ਜਿਹੜਾ ਕਾਲਜ ਖੋਲ੍ਹਿਆ, ਤੇ ਬਿਰਧ ਆਸ਼ਰਮ ਖੋਲ੍ਹਿਆ, ਤੇ ਉੱਥੇ ਖੇਡਣ ਲਈ ਸਟੇਡੀਅਮ ਵਗੈਰਾ ਬਣਾਏ, ਤੇ ਬਹੁਤ ਕੁਝ ਬਾਦਲ ਸਾਹਿਬ ਨੇ ਵਿਕਾਸ ਲਈ ਉੱਥੇ ਕੀਤਾ। ਤੇ ਉਂਝ ਵੀ ਜਦੋਂ ਕਿ ਉਹ ਅਕਾਲੀ ਦਲ ਦੇ ਪਹਿਲਾਂ ਦੇ ਲੰਮੇ ਸਮੇਂ ਤੱਕ ਪ੍ਰਧਾਨ ਰਹੇ, ਫਿਰ ਸਰਪ੍ਰਸਤ ਰਹੇ, ਅਕਾਲੀ ਦਲ ਦੀਆਂ ਮਹੱਤਵਪੂਰਨ ਮੀਟਿੰਗਾਂ ਹੁੰਦੀਆਂ ਸੀ, ਫਿਰ ਮੁੱਖ ਮੰਤਰੀ ਹੋਣ ਕਰਕੇ ਉਹ ਅਕਸਰ ਆਪਣਾ ਕਾਫੀ ਸਮਾਂ ਪਿੰਡ ਵੀ ਬਿਤਾਉਂਦੇ ਸੀਗੇ, ਤੇ ਇਸ ਕਰਕੇ ਉੱਥੇ ਸਰਕਾਰੀ ਅਧਿਕਾਰੀ ਜਿਹੜੇ ਆ ਉਹ ਆਉਂਦੇ ਜਾਂਦੇ ਰਹਿੰਦੇ ਸੀ। ਇਸ ਤਰ੍ਹਾਂ ਬਾਦਲ ਪਿੰਡ ਸਿਆਸੀ ਸਰਗਰਮੀਆਂ ਦਾ ਗੜ੍ਹ ਰਹਿੰਦਾ ਸੀਗਾ। ਤੇ ਇਹ ਗੱਲ, ਜਿਹੜਾ ਅਕਾਲੀ ਦਲ ਮੁੜ ਕੇ ਸਤਾ 'ਚ ਨਹੀਂ ਆਉਂਦਾ, ਅਕਾਲੀ ਦਲ ਦਾ ਮੁੜ ਕੇ ਬੋਲਬਾਲਾ ਨਹੀਂ ਹੁੰਦਾ, ਸੁਖਬੀਰ ਸਿੰਘ ਦਾ ਉਸ ਤਰ੍ਹਾਂ ਦਾ ਪ੍ਰਭਾਵ ਨਹੀਂ ਬਣਦਾ ਜਿਸ ਤਰ੍ਹਾਂ ਦਾ ਪ੍ਰਕਾਸ਼ ਸਿੰਘ ਬਾਦਲ ਦਾ ਸੀਗਾ। ਤੇ ਜੇ ਇਹ ਚੀਜ਼ਾਂ ਨਹੀਂ ਹੁੰਦੀਆਂ ਤੇ ਬਾਦਲ ਪਿੰਡ ਜਿਹੜਾ ਸਿਆਸਤ ਦਾ ਗੜ੍ਹ, ਸਿਆਸੀ ਸਰਗਰਮੀਆਂ ਦਾ ਕੇਂਦਰ ਸੀਗਾ, ਉਹ ਉਸ ਤਰ੍ਹਾਂ ਨਹੀਂ ਰਹੇਗਾ। ਹੁਣ ਬਾਦਲ ਪਿੰਡ ਨੂੰ ਥੋੜੀ ਜਿਹੀ ਜਿਹੜੀ ਸਿਆਸੀ ਮਹੱਤਵ ਜਿਹੜਾ ਉਹਦਾ ਰਿਹਾ, ਬੋਲਬਾਲਾ ਸਿਆਸੀ ਰਿਹਾ, ਬਾਦਲ ਪਿੰਡ ਨੂੰ ਉਹ ਤੋਂ ਹੁਣ ਹੇਠਾਂ ਰਹਿ ਕੇ ਜੀਵਨ ਬਸਰ ਕਰਨਾ ਪਏਗਾ। ਜਿਹੜੇ ਸਿਆਸੀ ਦ੍ਰਿਸ਼, ਜਿਹੜੀਆਂ ਸਿਆਸੀ ਰੌਣਕਾਂ, ਜਿਹੜੀ ਸਿਆਸੀ ਚੜ੍ਹਦੀ ਕਲਾ ਬਾਦਲ ਪਿੰਡ ਦੇ ਲੋਕ ਦੇਖਦੇ ਰਹੇ ਤੇ ਜਿਹਦਾ ਉਹ ਆਨੰਦ ਵੀ ਮਾਣਦੇ ਰਹੇ ਆ, ਉਹ ਚੀਜ਼ਾਂ ਹੁਣ ਘਟਣਗੀਆਂ ਉੱਥੇ। ਬਿਲਕੁਲ ਸਰ, ਪ੍ਰਕਾਸ਼ ਸਿੰਘ ਬਾਦਲ ਜੀ ਦੇ ਵਿਛੋੜੇ ਤੋਂ ਬਾਅਦ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦਾ ਕੀ ਭਵਿੱਖ ਹੋਏਗਾ? ਤਰਨਜੀਤ ਜੀ, ਅਕਾਲੀ ਦਲ ਦਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਕਿ ਜਿਹੜੀ ਬਾਦਲ ਦੀ ਕਾਰਜਸ਼ੈਲੀ ਸੀ, ਸਿਆਸੀ ਕਾਰਜਸ਼ੈਲੀ ਸੀ, ਜੇ ਤਾਂ ਉਸ
ਤਰ੍ਹਾਂ ਲੋਕ ਪੱਖੀ ਨੀਤੀਆਂ ਲੈ ਕੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਉਂਦੇ ਆ, ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਬਣਾਉਂਦੇ ਸੀਗੇ, ਫੇਰ ਤਾਂ ਕਿਸੇ ਸਮੇਂ ਜਿਹੜਾ ਅਕਾਲੀ ਦਲ ਉੱਭਰ ਸਕਦਾ। ਤੇ ਜੇ ਸੁਖਬੀਰ ਸਿੰਘ ਬਾਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀਆਂ ਲੀਹਾਂ ਤੇ ਨਹੀਂ ਚੱਲ ਸਕੇ, ਉਸ ਤਰ੍ਹਾਂ ਦੀ ਕਾਰਜਸ਼ੈਲੀ ਉਹਨਾਂ ਨੇ ਨਾ ਅਪਣਾਈ, ਉਸ ਤਰ੍ਹਾਂ ਲੋਕਾਂ ਨਾਲ ਸੰਬੰਧ ਉਹਨਾਂ ਨੇ ਨਾ ਬਣਾਇਆ, ਅਕਾਲੀ ਦਲ ਦੀਆਂ ਨੀਤੀਆਂ ਲੋਕ ਪੱਖੀ ਪੰਜਾਬ ਪੱਖੀ ਬਣਾ ਕੇ ਉਹਨਾਂ ਲਈ ਖੜੇ ਨਹੀਂ, ਉਹਨਾਂ ਲਈ ਲੜੇ ਨਹੀਂ, ਤੇ ਪਾਰਟੀ ਨੂੰ ਜਿਹੜਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਰਗਰਮ ਨਾ ਕੀਤਾ, ਤੇ ਫਿਰ ਜਿਹੜਾ ਅਕਾਲੀ ਦਲ ਦਾ ਭਵਿੱਖ ਕੋਈ ਚੰਗਾ ਨਹੀਂ ਹੋਏਗਾ। ਇਹਦੇ 'ਚ ਕਿਸੇ ਵੀ ਪਾਰਟੀ ਦਾ ਜੀਵਨ, ਕਿਸੇ ਵੀ ਪਾਰਟੀ ਦਾ ਪਤਨ ਜਿਹੜਾ ਉਸ ਪਾਰਟੀ ਦੀ ਲੀਡਰਸ਼ਿਪ ਤੇ ਡਿਪੈਂਡ ਕਰਦਾ ਕਿ ਕਿੰਨੀਆਂ ਸਹੀ ਨੀਤੀਆਂ ਲੈ ਕੇ ਲੋਕਾਂ ਤੱਕ ਜਾਂਦੇ ਆ, ਲੋਕਾਂ ਦੇ ਹੱਕਾਂ ਹਿੱਤਾਂ ਲਈ ਕਿੰਨਾ ਕੁ ਲੜਦੇ ਆ। ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਰਹੀ ਹੈ ਗੁਰੂ ਸਾਹਿਬਾਨ ਤੋਂ ਪ੍ਰਭਾਵਿਤ ਰਹੀ ਹੈ, ਸਿੱਖ ਇਤਿਹਾਸ ਵਿਰਸੇ ਗੁਰਬਾਣੀ ਤੋਂ ਪ੍ਰਭਾਵਿਤ ਰਹੀ ਹੈ, ਬਹੁਤ ਸਾਰੀਆਂ ਕਮੀਆਂ ਕਮਜ਼ੋਰੀਆਂ ਦੇ ਬਾਵਜੂਦ ਸਰਬੱਤ ਦਾ ਭਲੇ ਲਈ ਸੋਚ ਰੱਖਣ ਵਾਲੀ ਅਕਾਲੀ ਪਾਰਟੀ ਰਹੀ ਹੈ, ਔਰ ਪੰਜਾਬ ਦੇ ਹੱਕਾਂ ਹਿੱਤਾਂ ਲਈ ਅਕਾਲੀ ਪਾਰਟੀ ਨੇ ਹਮੇਸ਼ਾ ਲੜਾਈ ਲੜੀ ਹੈ। ਜੇ ਇਸ ਤਰ੍ਹਾਂ ਦਾ ਅਮੀਰ ਵਿਰਸਾ ਜਿਹੜਾ ਇਸ ਤਰ੍ਹਾਂ ਦਾ ਉਹਨਾਂ ਦਾ ਸੰਘਰਸ਼ ਹੈ, ਜੇ ਉਹਨੂੰ ਅੱਗੇ ਜਾਰੀ ਰੱਖਦੇ ਆ, ਜਿਹੜੀਆਂ ਕਮੀਆਂ ਕਮਜ਼ੋਰੀਆਂ ਉਹਨਾਂ ਚਾਹੀਆਂ ਉਹਨਾਂ ਨੂੰ ਦੂਰ ਕਰ ਲੈਂਦੇ ਆ, ਤੇ ਫਿਰ ਤਾਂ ਅਕਾਲੀ ਦਲ ਦਾ ਭਵਿੱਖ ਚੰਗਾ ਹੋਊਗਾ। ਜੇ ਨਹੀਂ ਇਹ ਕਰ ਪਾਉਂਦੇ ਤੇ ਫਿਰ ਅਕਾਲੀ ਦਲ ਦਾ ਭਵਿੱਖ ਜਿਹੜਾ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਹੋਰ ਵੀ ਜ਼ਿਆਦਾ ਜਿਹੜਾ ਉਹ ਖਰਾਬ ਹੋ ਜਾਏਗਾ। ਬਿਲਕੁਲ ਸਰ, ਕਿਸਾਨਾਂ ਦੇ ਹੱਕ ਦੇ ਵਿੱਚ ਹਰਦਮ ਨਾਰਾ ਮਾਰਨ ਵਾਲੀ ਸਰਕਾਰ ਕਈ ਪੱਖਾਂ ਤੋਂ ਪਛੜਦੀ ਨਜ਼ਰ ਆ ਰਹੀ ਹੈ। ਕਿਸਾਨਾਂ ਦੀ ਕਣਕ ਦੀ ਫਸਲ ਮੰਡੀਆਂ ਦੇ ਵਿੱਚ ਰੁਲ ਰਹੀ ਹੈ, ਉਸ ਦੀ ਚੁਕਾਈ ਨਹੀਂ ਹੋ ਰਹੀ, ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਨੇ। ਸਰ, ਕਿਸਾਨਾਂ ਦੀ ਇਸ ਪਰੇਸ਼ਾਨੀ ਤੇ ਸਰਕਾਰ ਦੀ ਲੇਡ ਲਤੀਫੀ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਉਹਦੇ 'ਚ ਮੈਨੂੰ ਤਰਨਜੀਤ ਜੀ ਲੱਗਦਾ ਕਿ ਇੱਕ ਜਿਹੜਾ ਭੰਬਲ ਭੂਸਾ ਜਿਹਾ ਪੈਦਾ ਹੋ ਗਿਆ ਮੰਡੀਆਂ 'ਚੋਂ ਚੁਕਾਈ ਦੇ ਮਾਮਲੇ 'ਚ। ਪਹਿਲਾਂ ਤਾਂ ਕੇਂਦਰ ਸਰਕਾਰ ਨੇ ਇਹ ਕਹਿਤਾ ਕਿ ਮੰਡੀਆਂ 'ਚੋਂ ਅਸੀਂ ਸਿੱਧੀ ਜਿਹੜੀ ਆ ਕਣਕ ਚੁੱਕ ਕੇ ਦੂਜੇ ਰਾਜਾਂ ਨੂੰ ਭੇਜ ਦਿਆਂਗੇ। ਉਹਦੇ 'ਚ ਮੌਸਮ ਖਰਾਬ ਹੋ ਗਿਆ, ਕਣਕ ਵੀ ਮੰਡੀਆਂ 'ਚ ਆਈ ਵੀ ਭਿੱਜ ਗਈ, ਖੇਤਾਂ 'ਚ ਖੜੀ ਵੀ ਭਿੱਜ ਗਈ। ਇਹ ਅਮਲ ਜਿਹੜਾ ਸੀਗਾ ਉਹ ਤੇਜ਼ੀ ਨਾਲ ਅੱਗੇ ਵਧ ਨਹੀਂ ਸਕਿਆ। ਉਹ ਤੋਂ ਬਾਅਦ ਜਿਹੜੀ ਕੇਂਦਰ ਸਰਕਾਰ ਆ ਉਹ ਨਾਲੋਂ ਨਾਲ ਫਸਲ ਚੁਕਵਾਉਣ ਦੇ ਮਾਮਲੇ 'ਚ ਵੀ ਫੇਲ ਹੋ ਗਈ। ਉਹਨਾਂ ਨੇ ਇੰਨੀਆਂ ਗੱਡੀਆਂ ਵੈਗਨਾਂ ਮੁਹੱਈਆ ਕਰਕੇ ਨਾਲੋਂ ਨਾਲ ਮੰਡੀਆਂ 'ਚੋਂ ਕਣਕ ਉਹ ਚੁੱਕ ਨਹੀਂ ਸਕੇ। ਫਿਰ ਉਹਨਾਂ ਨੇ ਕੇਂਦਰ ਸਰਕਾਰ ਨੇ ਇਹ ਕਹਿਤਾ ਕਿ ਜਿਸ ਤਰ੍ਹਾਂ ਅੱਗੇ ਤੁਸੀਂ ਜਿਹੜੀਆਂ ਖੁੱਲੀ ਕਣਕ ਸਟੋਰ ਕਰਦੇ ਰਹੇ ਨੇ ਵੱਖ-ਵੱਖ ਥਾਵਾਂ ਤੇ ਧਾਂਕਾਂ ਲਾ ਕੇ ਫਟਿਆਂ ਦੇ ਉੱਤੇ ਤੇ ਉੱਤੇ ਦੂਜਾ ਪਾ ਕੇ ਮੋਮਜਾਮਾ ਵਗੈਰਾ ਪਾ ਕੇ ਤਰਪਾਲਾਂ ਪਾ ਕੇ ਤੁਸੀਂ ਜਿੱਦਾਂ ਪਹਿਲਾਂ ਸਟੋਰ ਕਰਦੇ ਇੱਦਾਂ ਕਰ ਲਓ, ਉਹ ਕੰਮ ਵੀ ਸਮੇਂ ਸਿਰ ਹੋ ਨਹੀਂ ਸਕਿਆ। ਇਹਦੇ 'ਚ ਪੰਜਾਬ ਸਰਕਾਰ ਦੀ, ਪੰਜਾਬ ਦੀਆਂ ਖਰੀਦ ਏਜੰਸੀਆਂ ਦੀ ਵੀ ਢਿੱਲ ਹੈ ਤੇ ਕੇਂਦਰ ਸਰਕਾਰ ਦੀਆਂ ਖਰੀਦ ਏਜੰਸੀਆਂ ਦੀ ਵੀ ਢਿੱਲ ਹੈ। ਇਹਨਾਂ ਨੂੰ ਆਪਸ ਵਿੱਚ ਤਾਲਮੇਲ ਕਰਕੇ ਛੇਤੀ ਤੋਂ ਛੇਤੀ ਮਸਲਾ ਹੱਲ ਕਰਨਾ ਚਾਹੀਦਾ। ਜਿੱਦਾਂ ਤੁਸੀਂ ਦੱਸਿਆ, ਖਬਰਾਂ ਛਪ ਰਹੀਆਂ ਕਿ ਮੰਡੀਆਂ 'ਚ ਕਣਕ ਜਿਹੜੀ ਆ ਲਗਾਤਾਰ ਆ ਰਹੀ ਹੈ, ਤੇਜ਼ੀ ਨਾਲ ਆ ਰਹੀ ਹੈ, ਪਰ ਮੰਡੀਆਂ 'ਚ ਚੁਕਾਈ ਨਾ ਹੋਣ ਕਰਕੇ ਮੰਡੀਆਂ 'ਚ ਨਵੀਂ ਕਣਕ ਉਹਨੂੰ ਢੇਰੀ ਕਰਨ ਲਈ, ਸਾਫ਼ ਸਫਾਈ ਕਰਨ ਲਈ ਮੁਸ਼ਕਲ ਆ ਰਹੀ ਹੈ ਤੇ ਮੌਸਮ ਵੀ ਸਮੇਂ-ਸਮੇਂ ਤੇ ਰੰਗ ਬਦਲਦਾ ਰਹਿੰਦਾ। ਜਿਹੜੀ ਕਣਕ ਸੁੱਕੀ ਭਰੀ ਹੋਈ ਹੈ, ਜੇ ਉੱਥੇ ਮੰਡੀਆਂ 'ਚ ਪਈ ਆ ਨੀਲੀ ਛੱਤ ਹੇਠਾਂ ਤੇ ਮੀਂਹ ਪੈ ਗਿਆ ਤਾਂ ਸਾਰੀ ਕਣਕ ਖਰਾਬ ਹੋ ਜਾਏਗੀ ਤੇ ਦੇਸ਼ ਲਈ ਜਿਹੜੀ ਆ ਖੁਰਾਕ ਸੁਰੱਖਿਆ ਦਾ ਸੰਕਟ ਪੈਦਾ ਹੋ ਜਾਏਗਾ। ਸੋ ਇਸ ਕਰਕੇ ਇਹਨੂੰ ਤਾਂ ਜੰਗੀ ਪੱਧਰ ਤੇ ਲੈਣਾ ਚਾਹੀਦਾ ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਨੂੰ ਆਪਸੀ ਤਾਲਮੇਲ ਕਰਕੇ ਫਸਲਾਂ ਜਿਹੜੀ ਖਰੀਦੀ ਹੋਈ ਫਸਲ ਦੀ ਜਿਹੜੀ ਕਣਕ ਦੀ ਮੰਡੀਆਂ 'ਚੋਂ ਤੇਜ਼ੀ ਨਾਲ ਚੁਕਾਈ ਕਰਨੀ ਚਾਹੀਦੀ ਹੈ। ਬਿਲਕੁਲ। ਦਿੱਲੀ ਆਬਕਾਰੀ ਨੀਤੀ ਘੁਟਾਲੇ ਵਿੱਚ ਫਸੇ ਆਪ ਆਗੂਆਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਨੇ। ਸੀਬੀਆਈ ਦਾ ਕਹਿਣਾ ਹੈ ਕਿ ਮਨੀਸ਼ ਸਿਸੋਦੀਆ ਤੇ ਵਿਜੇ ਨਾਇਰ ਇਸ ਘੁਟਾਲੇ ਦੇ ਮੁੱਖ ਸਾਜ਼ਿਸ਼ਕਰਤਾ ਨੇ, ਇਸ ਲਈ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਦਾ ਵੀ ਵਿਰੋਧ ਕੀਤਾ ਗਿਆ ਹੈ। ਸਰ, ਤੁਸੀਂ ਸੀਬੀਆਈ ਵੱਲੋਂ ਦਿੱਤੀ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ? ਕੀ ਇਹ ਕੇਸ ਆਮ ਆਦਮੀ ਪਾਰਟੀ ਦੇ ਅਕਸ ਨੂੰ ਭਵਿੱਖ ਵਿੱਚ ਢਾਲ ਲਾਵੇਗਾ? ਤਰਨਜੀਤ ਜੀ, ਗੱਲ ਇਹ ਹੈ ਕਿ ਇਹ ਭਾਵੇਂ ਆਮ ਇਸ ਵੇਲੇ ਪ੍ਰਭਾਵ ਇਹ ਬਣਿਆ ਹੋਇਆ ਕਿ ਕੇਂਦਰ ਸਰਕਾਰ ਦੀਆਂ ਏਜੰਸੀਆਂ ਵਿਰੋਧੀ ਪਾਰਟੀਆਂ ਨੂੰ ਪਰੇਸ਼ਾਨ ਕਰਦੀਆਂ, ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਪਰੇਸ਼ਾਨ ਕਰਦੀਆਂ। ਇਹ ਇੱਕ ਇਹਦੇ 'ਚ ਕਾਫੀ ਹੱਦ ਤੱਕ ਸੱਚਾਈ ਵੀ ਹੈ। ਪਰ ਜਿੱਥੋਂ ਤੱਕ ਦਿੱਲੀ ਦਾ ਇਹ ਸ਼ਰਾਬ ਘੁਟਾਲੇ ਦਾ ਸੰਬੰਧ ਹੈ, ਦਿੱਲੀ ਸਰਕਾਰ ਨਾਲ ਜੁੜਿਆ ਹੋਇਆ, ਜਿਹਦੇ 'ਚ ਵਿਜੇ ਨਾਇਰ ਇਹਨਾਂ ਦੇ ਇੱਕ ਹੋਰ ਲੀਡਰ ਜਿਹੜੇ ਉਹ ਵੀ ਅੰਦਰ ਹੈ, ਹੋਰ ਬਹੁਤ ਸਾਰੇ ਲੋਕ ਫੜੇ ਹੋਏ ਆ ਤੇ ਜਿਹੜੇ ਡਿਪਟੀ ਮੁੱਖ ਮੰਤਰੀ ਸਿਸੋਦੀਆ ਵੀ ਇਸੇ ਕੇਸ 'ਚ ਅੰਦਰ ਚਲ ਗਿਆ, ਜ਼ਮਾਨਤਾਂ ਵੀ ਨਹੀਂ ਹੋ ਰਹੀਆਂ ਹਜੇ ਉਹਨਾਂ ਦੀਆਂ। ਇਹਦੇ 'ਚ ਕਿਤੇ ਨਾ ਕਿਤੇ ਸੱਚਾਈ ਜ਼ਰੂਰ ਹੈ ਇਹਦੇ 'ਚ, ਕਿਉਂਕਿ ਸਿਆਸੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਪਾਰਟੀ ਦੀਆਂ ਸਰਗਰਮੀਆਂ ਲਈ, ਪਾਰਟੀ ਚਲਾਉਣ ਲਈ, ਚੋਣਾਂ ਲੜਨ ਲਈ ਉਹਨੂੰ ਪੈਸੇ ਦੀ ਲੋੜ ਹੁੰਦੀ ਹੈ। ਤੇ ਜਿਹੜੀ ਬੈਂਕ ਬਾਂਡ ਵਿਵਸਥਾ ਹੈ, ਜਿਹੜੀ ਅਰੁਣ ਜੇਤਲੀ ਜਦੋਂ ਵਿੱਤ ਮੰਤਰੀ ਹੁੰਦੇ ਸੀ ਦੇਸ਼ ਦੇ, ਉਦੋਂ ਬਣੀ ਸੀਗੀ, ਜਿਹੜੀ ਬਣੀ ਆ ਸਿਆਸੀ ਪਾਰਟੀਆਂ ਜਿਹਦੇ ਰਾਹੀਂ ਫੰਡ ਜਟਾਉਣੀਆਂ, ਉਹਦੇ ਰਾਹੀਂ ਫੰਡ ਜ਼ਿਆਦਾ
ਜਿਹੜੇ ਆ ਰਹੇ ਆ ਬੀਜੇਪੀ ਨੂੰ 70-80%। ਤੇ ਦੂਜੀਆਂ ਪਾਰਟੀਆਂ ਨੂੰ ਵਪਾਰੀ ਤੇ ਸਨਅਤਕਾਰ ਬਹੁਤ ਪੈਸਾ ਘੱਟ ਦਿੰਦੇ ਆ। ਉਹਦਾ ਇੱਕ ਕਾਰਨ ਇਹ ਵੀ ਆ ਕਿ ਜਿਹੜੇ SBI ਤੋਂ ਬੈਂਕ ਬਾਂਡ ਬਣਾਉਣੇ ਪੈਂਦੇ ਆ ਤੇ ਲਿਆ ਕੇ ਜਿਹੜੀ ਪਾਰਟੀ ਨੂੰ ਤੁਸੀਂ ਪੈਸੇ ਦੇਣੇ ਆ ਉਹ ਤੇ ਬੈਂਕ ਬਾਂਡ ਜਮ੍ਹਾਂ ਕਰਾਉਣੇ ਪੈਂਦੇ ਆ। ਉਹ ਇਹ ਸਾਰੀ ਕਾਰਵਾਈ ਪੈਸੇ ਦੇਣ ਵਾਲੇ ਦੀ ਤੇ ਜਿਹੜੀ ਪਾਰਟੀ ਨੂੰ ਦਿੱਤੇ ਜਾਂਦੇ ਆ ਗੁਪਤ ਰਹਿੰਦੇ ਆ, ਇਹ ਸਾਰੀ ਕਾਰਵਾਈ ਗੁਪਤ ਰਹਿੰਦੀ ਆ। ਪਰ SBI ਨੂੰ ਜ਼ਰੂਰ ਪਤਾ ਹੁੰਦਾ ਕਿ ਕਿਹੜਾ ਵਿਅਕਤੀ, ਕਿਹੜਾ ਵਪਾਰੀ, ਕਿਹੜੀ ਕਾਰਪੋਰੇਟ ਕੰਪਨੀ ਨੇ ਬੈਂਕ ਬਾਂਡ ਬਣਾਇਆ ਤੇ ਕਿਹਨੂੰ ਪੈਸੇ ਦਿੱਤੇ ਆ। ਤੇ ਇੱਥੋਂ ਜਿਹੜਾ ਸਰਕਾਰ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਹੀ ਜਾਂਦਾ ਤੇ ਸਰਕਾਰ ਮਤਲਬ ਕੇਂਦਰ ਸਰਕਾਰ ਤੇ ਉਹ ਫਿਰ ਉਹਨਾਂ ਵਪਾਰੀਆਂ ਤੇ ਦੂਜਿਆਂ ਤੇ ਸਨਅਤਕਾਰਾਂ ਤੇ ED ਵਿਜੀਲੈਂਸ ਨਾ ED ਇਨਕਮ ਟੈਕਸ ਤੇ ਜਿਹੜੇ ਆ ਉਹਦੇ ਜਿਹੜੇ ਆ ਉਹ ਛਾਪੇ ਪੈਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੇ ਉੱਪਰ ਹੈ ਜੀ। ਤੇ ਉਹ ਜਿਹੜੇ ਇਸ ਕਰਕੇ ਸਨਅਤਕਾਰ, ਵਪਾਰੀ, ਕਾਰਪੋਰੇਟ ਕੰਪਨੀਆਂ ਵਿਰੋਧੀ ਪਾਰਟੀਆਂ ਨੂੰ ਪੈਸੇ ਘੱਟ ਦੇਣੀਆਂ। ਵਿਰੋਧੀ ਪਾਰਟੀਆਂ ਨੇ ਐਗਜ਼ਿਸਟ ਕਰਨਾ, ਆਪਣੀ ਹੋਂਦ ਕਾਇਮ ਰੱਖਣੀ ਹੈ, ਪੈਸੇ ਦੀ ਲੋੜ ਹੈ। ਫਿਰ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੰਟਰੈਕਟ ਸਰਕਾਰ ਦਿੰਦੀ ਹੈ, ਉਹ ਸਰਕਾਰਾਂ ਦੇਣੀਆਂ, ਉਹਦੇ ਰਾਹੀਂ ਉਹ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਜਿਹੜਾ ਸ਼ਰਾਬ ਘਟਾਲਾ ਆ ਦਿੱਲੀ ਵਾਲਾ, ਉਹ ਵੀ ਇਸੇ ਤਰ੍ਹਾਂ ਦਾ ਇੱਕ ਘਟਾਲਾ ਹੈ। ਇਹਦੇ 'ਚ ਉਹਨਾਂ ਨੇ ਜਿਹੜੇ ਸ਼ਰਾਬ ਦੇ ਵਪਾਰੀ ਸੀਗੇ ਉਹਨਾਂ ਦਾ ਕਮਿਸ਼ਨ ਹੈ ਜਿਹੜਾ, ਉਹਨਾਂ ਦਾ ਪ੍ਰੋਫਿਟ ਜਿਹੜਾ ਉਹ ਵਧਾਇਆ ਸੀਗਾ ਤੇ ਉਹ ਵਧਾਇਆ ਹੋਏ ਪ੍ਰੋਫਿਟ ਦੇ ਮਾਮਲੇ 'ਚ ਫਸੇ ਹੋਏ ਆ। ਤੇ ਇਹਦੇ 'ਚ ਜਿੱਦਾਂ ਤੁਸੀਂ ਕਿਹਾ ਜੀ, ਇਹਦੇ 'ਚੋਂ ਆਮ ਆਦਮੀ ਪਾਰਟੀ ਦਾ ਸੁੱਕਾ ਨਿਕਲਣਾ ਮੁਸ਼ਕਲ ਹੈ। ਤੇ ਉਹਦੇ 'ਚ ਇਹਨਾਂ ਨੂੰ ਜਿਹੜੀ ਵਿਜੇ ਨਾਇਰ ਤੇ ਸਿਸੋਦੀਆ ਤੇ ਇਹਦੇ 'ਚ ਇਹਨਾਂ ਲਈ ਸਮੱਸਿਆਵਾਂ ਵੱਧ ਸਕਦੀਆਂ। ਤੇ ਜੇ ਕੋਈ ਇਸ ਸੰਦਰਭ 'ਚ, ਕਿਉਂਕਿ ਭਾਵੇਂ ਕੇਜਰੀਵਾਲ ਕੋਲ ਕੋਈ ਵਿਭਾਗ ਨਹੀਂ ਹੈਗਾ, ਉਹਦੇ ਕੋਲ ਬਿਨਾਂ ਵਿਭਾਗ ਤੋਂ ਮੁੱਖ ਮੰਤਰੀ ਹੈ, ਪਰ ਅੰਤਮ ਤੌਰ ਤੇ ਸਾਰੇ ਫੈਸਲਿਆਂ ਤੇ ਜਿਹੜੀ ਪ੍ਰਵਾਨਗੀ ਤਾਂ ਮੁੱਖ ਮੰਤਰੀ ਦੀ ਵੀ ਹੁੰਦੀ ਹੈ। ਤੇ ਜੇ ਕਿਸੇ ਢੰਗ ਨਾਲ CBI ਨੇ ਦੇ ਕੋਲ ਕੋਈ ਸਬੂਤ ਆ ਗਿਆ ਤੇ CBI ਨੇ ਵਿੱਚ ਕੇਜਰੀਵਾਲ ਨੂੰ ਵੀ ਲਪੇਟ ਲਿਆ ਤੇ ਸਿਆਸੀ ਆਮ ਆਦਮੀ ਪਾਰਟੀ ਲਈ ਬਹੁਤ ਵੱਡੀ ਸਿਆਸੀ ਸਮੱਸਿਆ ਖੜੀ ਹੋ ਜਾਏਗੀ ਤੇ ਉਹਦਾ ਰਾਜਨੀਤਿਕ ਤੌਰ ਤੇ ਉਹਦਾ ਅਕਸ ਵੀ ਇਹ ਤੋਂ ਪ੍ਰਭਾਵਿਤ ਹੋਏਗਾ, ਪੰਜਾਬ ਦੀ ਰਾਜਨੀਤੀ ਵੀ ਪ੍ਰਭਾਵਿਤ ਹੋਏਗੀ। ਬਿਲਕੁਲ ਜੀ। ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਵੱਲੋਂ ਇਹ ਰਿਪੋਰਟ ਕੀਤੀ ਗਈ ਸੀ ਕਿ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ। ਹੁਣ ਉਹਨਾਂ ਨੇ Z+ ਸਿਕਿਉਰਿਟੀ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਮਾਨਕ ਜੀ, ਸਿੱਧੂ ਦੇ ਇਹਨਾਂ ਖਦਸ਼ਿਆਂ ਨੂੰ ਤੇ ਮੰਗੀ ਗਈ Z+ ਸਿਕਿਉਰਿਟੀ ਨੂੰ ਕਿਵੇਂ ਵਿਚਾਰਦੇ ਹੋ? ਦੇਖੋ ਤਨਜੀਤ ਜੀ, ਉਹਨਾਂ ਨੂੰ Z+ ਸਿਕਿਉਰਿਟੀ ਮਿਲੇ ਜਾਂ ਉਂਝ ਸਖਤ ਸਿਕਿਉਰਿਟੀ ਮਿਲੇ, ਇਹ ਤਾਂ ਸਰਕਾਰ ਨੇ ਦੇਖਣਾ। ਪਰ ਉਹ ਇੱਕ ਜਿਹੜਾ ਨਾ ਚਰਚਿਤ ਤੇ ਵਿਵਾਦਿਤ ਨੇਤਾ ਹੈਗੇ ਆ, ਉਹ ਬਿਆਨਬਾਜ਼ੀ ਵੀ ਜਦੋਂ ਬੋਲਦੇ ਆ ਤੇ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਜੋ ਉਹਨਾਂ ਦੇ ਮਨ 'ਚ ਬੋਲ ਦਿੰਦੇ ਆ। ਕੋਈ ਉਹਨਾਂ ਤੋਂ ਨਾਰਾਜ਼ ਵੀ ਹੋ ਸਕਦੇ ਆ ਜੀ। ਇਸ ਕਰਕੇ ਉਹਨਾਂ ਨੂੰ ਜੇ ਉਹ ਮਹਿਸੂਸ ਕਰਦੇ ਆ, ਜਿੱਦਾਂ ਤੁਸੀਂ ਘਟਨਾ ਦਿੱਤੀ ਆ ਕਿ ਪਿਛਲੇ ਦਿਨੀ ਕੋਈ ਬੰਦਾ ਵੀ ਉਹਨਾਂ ਦੇ ਘਰ ਦੇ ਨੇੜੇ ਦੇਖਿਆ ਗਿਆ ਸੀਗਾ ਜਾਂ ਉਹਨਾਂ ਦੀ ਛੱਤ ਤੇ ਜਾਂ ਘਰ ਦੇ ਅੰਦਰ ਦੇਖਿਆ ਗਿਆ ਸੀ, ਤੇ ਉਹਨੂੰ ਮੁੱਖ ਰੱਖ ਕੇ ਉਹਨੂੰ ਜੇ ਉਹ ਮਹਿਸੂਸ ਕਰਦੇ ਆ ਕਿ ਉਹ ਸੁਰੱਖਿਆ ਤੇ ਉਹਨਾਂ ਨੂੰ ਸੁਰੱਖਿਆ ਦੀ ਲੋੜ ਹੈ ਤੇ ਪੰਜਾਬ ਸਰਕਾਰ ਨੂੰ ਲੋੜੀਂਦੀ ਸੁਰੱਖਿਆ ਉਹਨਾਂ ਨੂੰ ਦੇਣੀ ਚਾਹੀਦੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮਾਨਕ ਜੀ, ਅੱਜ ਦੀਆਂ ਖਬਰਾਂ ਦੇ ਉੱਪਰ ਸਾਡੇ ਨਾਲ ਚਰਚਾ ਕਰਨ ਲਈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਅੱਜ ਦਾ ਇਹ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਪਸੰਦ ਆਇਆ ਹੋਵੇਗਾ। ਹੁਣ ਤਰਨ ਨੂੰ ਦੇ ਦਿਓ ਇਜਾਜ਼ਤ ਤੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਅਜੀਤ ਵੈਬ TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।